ਆਖਰ ਇਹ ਜਿਹੜੀ ਫੋਰੈਂਸਿਕ ਐਕਸਪਰਟ ਹੈ ਇਹਨਾਂ ਦਾ ਕੰਮ ਕੀ ਹੁੰਦਾ, ਕਿਵੇਂ ਕਰਦੇ? ਫੋਰੈਂਸਿਕ ਮੈਡੀਸਿਨ ਸਾਇੰਸ ਦੇ ਉਹ ਮਾਸਟਰਸ ਹੁੰਦੇ ਨੇ ਜੋ ਡੀਲ ਕਰਦੇ ਨੇ ਡਾਕਟਰੀ ਨੂੰ ਔਰ ਡਾਕਟਰੀ ਦੇ ਉਹਨਾਂ ਪਹਿਲੂਆਂ ਨੂੰ ਜੋ ਜੋੜਦੇ ਨੇ ਇਸ ਵਿਭਾਗ ਨੂੰ ਪੁਲਿਸ ਦੇ ਨਾਲ, ਕ੍ਰਾਈਮ ਦੇ ਨਾਲ, ਜੁਡੀਸ਼ਰੀ ਦੇ ਨਾਲ। ਪੋਸਟਮਾਰਟਮ ਦੀ ਗੱਲ ਕਰਦੀ ਜਾਏ, ਉਹਦੇ ਵਿੱਚ MBBS ਡਾਕਟਰ ਜਿਹੜੇ ਨੇ ਉਹ ਅਸੀਂ ਦੇਖਦੇ ਹਾਂ ਉਹ ਕਰਦੇ ਨੇ। ਫਿਰ ਇੱਥੇ ਤੁਹਾਡੀ ਕਿੱਥੇ ਲੋੜ ਪੈਂਦੀ? ਛੋਟੀ ਜਿਹੀ ਗੱਲ ਹੈ, ਇੱਕ ਗਲ ਵਿੱਚ ਲੱਗੇ ਹੋਏ ਫਾਹੇ ਦਾ ਉਹ ਹੈਂਗਿੰਗ ਦਾ ਨਤੀਜਾ ਹੈ ਜਾਂ ਸਟ੍ਰੈਂਗੂਲੇਸ਼ਨ ਦਾ, ਮਤਲਬ ਉਹ ਮੌਤ ਗਲਾ ਘੁੱਟਣ ਨਾਲ ਹੋਈ ਹੈ ਜਾਂ ਸੁਸਾਈਡ ਹੈ। ਇਸ ਛੋਟੇ ਛੋਟੇ ਪੁਆਇੰਟਸ ਦੇ ਵਿੱਚ ਅਸੀਂ ਮਾਸਟਰ ਹੋ ਜਾਂਦੇ ਆ ਇਸ ਕੰਮ ਨੂੰ ਕਰਨ ਲਈ ਔਰ ਇਸ ਦੀਆਂ ਬਰੀਕੀਆਂ ਸਮਝਣ ਲਈ। ਡੈਡ ਬੋਡੀ ਜਿਵੇਂ ਚੱਕ ਕੇ ਲੈ ਗਏ, ਉੱਥੇ ਉਂਗਲੀ ਕੱਟ ਕੇ ਉੱਥੇ ਰਹਿ ਗਈ ਜੀ, ਉਹਦੇ ਤੋਂ ਵੀ ਕਿਵੇਂ ਹੁੰਦਾ ਕਿ ਤੁਸੀਂ ਤਾਂ ਉਹ ਬੰਦੇ ਤੱਕ ਪਹੁੰਚ ਜਾਂਦੇ ਹੋ, ਉਹਦੇ ਪਰਿਵਾਰ ਤੱਕ ਪਹੁੰਚ ਜਾਂਦੇ ਹੋ, ਉਹ ਚੀਜ਼ਾਂ ਕਿਸ ਤਰ੍ਹਾਂ ਹੁੰਦੀਆਂ ਨੇ? ਕਿ ਵੀ ਸੁਣਨ ਨੂੰ ਆਉਂਦਾ ਕਿ ਲਗਭਗ 10,000 ਤੋਂ ਜ਼ਿਆਦਾ ਤੁਸੀਂ ਪੋਸਟਮਾਰਟਮ ਕਰ ਚੁੱਕੇ ਹੋ। ਪੋਸਟਮਾਰਟਮ ਕਰਨਾ ਇੱਕ ਐਕਸਪਰਟੀਜ਼ ਹੈ, ਇੱਕ ਕਲਾ ਹੈ ਜਿਸ ਨੂੰ ਸਿੱਖਣ ਵਿੱਚ ਸਮਾਂ ਲੱਗਦਾ ਹੈ। ਤਾਂ ਅਗਰ ਉਸ ਚੀਜ਼ ਬੰਦੇ ਦੀ ਟ੍ਰੇਨਿੰਗ ਉਸੇ ਤਰ੍ਹਾਂ ਹੋਈ ਹੋਵੇ ਤਾਂ ਉਹ ਜੋ ਅਬਨੋਰਮੈਲਿਟੀਜ਼ ਹੈ ਉਹ ਅੱਖਾਂ ਤੋਂ ਨਜ਼ਰ ਆ ਜਾਂਦੀਆਂ। ਇੱਕ ਸਧਾਰਨ ਬੱਚੇ ਤੋਂ, ਇੱਕ ਸਧਾਰਨ ਇਨਸਾਨ ਤੋਂ ਇੱਕ ਐਕਸਪਰਟ ਡਾਕਟਰ ਬਣਨ ਲਈ ਲਗਭਗ 10 ਸਾਲ ਦਾ ਸਮਾਂ ਲੱਗ ਜਾਂਦਾ ਹੈ। ਨਾਰਮਲ ਡਾਕਟਰ ਤਾਂ ਚਲੋ ਠੀਕ ਹੈ, ਕੋਈ ਆਪਰੇਟ ਕਰਦੇ ਬੇਹੋਸ਼ ਕਰਕੇ ਕਰਦੇ, ਉਹਨਾਂ ਨੂੰ ਪਤਾ ਬੰਦਾ ਜ਼ਿੰਦਾ ਹੈ। ਲੇਕਿਨ ਜਿਹਦੀ ਮੌਤ ਹੋ ਚੁੱਕੀ ਹੈ, ਕੁਝ ਘੰਟੇ ਵੀ ਅਗਰ ਬੋਡੀ ਪਈ ਰਹਿੰਦੀ ਹੈ, ਲੋਕ ਕਹਿੰਦੇ ਆਤਮਾ, ਇਸ ਤਰ੍ਹਾਂ ਦੀਆਂ ਜ਼ਹਿਨ 'ਚ ਨਹੀਂ ਗੱਲਾਂ ਆਉਂਦੀਆਂ। ਕਦੀ ਇਸ ਤਰ੍ਹਾਂ ਟੱਕਰਾ ਹੋਇਆ, ਫਿਲਮਾਂ ਵੀ ਅਸੀਂ ਦੇਖਦੇ ਹਾਂ। ਕ੍ਰਾਈਮ ਦੇ ਵਜ਼ਨ ਨੂੰ ਚੱਕਣਾ ਇੱਕ ਫੋਰੈਂਸਿਕ ਐਕਸਪਰਟ ਲਈ ਬਹੁਤ ਜ਼ਰੂਰੀ ਹੈ ਔਰ ਇਹ ਵਜ਼ਨ ਤੁਹਾਡੇ ਨਿੱਜੀ ਸੋਚ, ਤੁਹਾਡੇ ਨਿੱਜੀ ਇੰਟਰਸਟ ਔਰ ਤੁਹਾਡੀਆਂ ਨਿੱਜੀ ਵਿਚਾਰਧਾਵਾਂ ਤੋਂ ਬਹੁਤ ਜ਼ਿਆਦਾ ਭਾਰੀ ਹੈ। ਤੁਹਾਡਾ ਇੱਕ ਦੋਸਤ ਦੱਸ ਰਿਹਾ ਸੀ ਕਿ ਡਾਕਟਰ ਸਾਹਿਬ ਨੂੰ ਲਾਸਟ ਟਾਈਮ ਤੇ ਇੱਕ ਬੱਚੇ ਦਾ ਜਿਹੜਾ ਹੈਗਾ ਉਹ ਪੋਸਟਮਾਰਟਮ ਕਰ ਰਹੇ ਸੀ ਤੇ ਉਹਦਾ ਰੋ ਪਏ, ਕਹਿੰਦੇ ਮੇਰੇ ਤੋਂ ਹੋਊਗਾ ਨਹੀਂ। ਉਹਦਾ ਕੀ ਕਾਰਨ ਸੀ? ਉਹ ਮੈਨੂੰ ਯਾਦ ਹੈ ਕਿ ਉਹ ਕਿੱਸਾ ਯਾਦ ਹੈ ਜਿਸ ਵਿੱਚ ਇੱਕ ਫਾਦਰ ਨੇ, ਮਦਰ ਨੇ ਔਰ ਬੱਚੇ ਨੇ, ਤਿੰਨਾਂ ਨੇ ਰੇਲ ਦੇ ਅੱਗੇ ਜੰਪ ਕਰ ਦਿੱਤਾ ਸੀ। ਇਹ ਉਹ ਕੇਸ ਸੀ ਜਦੋਂ ਮੇਰੇ ਹੱਥ ਕੰਬ ਰਹੇ ਸੀ ਔਰ ਮੈਂ ਸੋਚਾਂ ਦੇ ਉਸ ਵਰਲਪੂਲ ਵਿੱਚ ਫਸਿਆ ਹੋਇਆ ਸੀਗਾ, ਜਿਸ ਵਿੱਚ ਮੈਨੂੰ ਕੁਝ ਸਮਾਂ ਲੱਗਿਆ ਆਪਣੇ ਆਪ ਨੂੰ ਸਟੇਬਲ ਕਰਨ ਲਈ ਔਰ ਉਸ ਪੋਸਟਮਾਰਟਮ ਨੂੰ ਕੰਡਕਟ ਕਰਨ ਲਈ। ਦਾ ਸਮਨ ਨਿਊਜ਼ ਦੇ ਪੋਡਕਾਸਟ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਤਪਨ ਮਲਹੋਤਰਾ। ਅੱਜ ਅਸੀਂ ਬੜੇ ਹੀ ਇੰਟਰਸਟਿੰਗ ਮੁੱਦੇ ਦੇ ਉੱਪਰ ਚਰਚਾ ਕਰਨ ਜਾ ਰਹੇ ਹਾਂ। ਇੰਟਰਸਟਿੰਗ ਮੈਂ ਇਸ ਲਈ ਕਹਿ ਰਿਹਾ, ਸ਼ਾਇਦ ਤੁਸੀਂ CID ਪ੍ਰੋਗਰਾਮ ਦੇਖਿਆ ਹੋਏਗਾ, ਉਹਦੇ ਵਿੱਚ ਜਿਹੜੀ ਸਟਾਰ ਕਾਸਟ ਹੈ ਉਹ ਕਾਫੀ ਐਕਸਪਰਟ ਦਿਖਾਈ ਜਾਂਦੀ ਹੈ। ਉਹੀ ਸਟਾਰ ਕਾਸਟ ਨੂੰ ਜਿਹੜੀ ਹੈ ਐਕਸਪਰਟਸ ਦੀ ਲੋੜ ਪੈਂਦੀ ਹੈ ਤੇ ਉਹ ਫੋਰੈਂਸਿਕ ਐਕਸਪਰਟ ਜਿਹੜੇ ਨੇ ਉਹ ਬੁਲਾਏ ਜਾਂਦੇ ਨੇ। ਜਿਵੇਂ ਕਿ ਅਸੀਂ ਦੇਖਦੇ ਦਰਵਾਜ਼ਾ ਖਟਕਾਉਂਦੇ ਹੋਏ ਜਾਂ ਇਸ ਤਰ੍ਹਾਂ ਦੇ ਉਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਸੀਨ ਹੁੰਦੇ ਨੇ। ਤੇ ਇਸੇ ਕਰਕੇ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਸ ਫੋਰੈਂਸਿਕ ਐਕਸਪਰਟ ਨਾਲ ਜਿਹਦੇ ਬਾਰੇ ਤੁਸੀਂ ਸੁਣਿਆ ਜ਼ਰੂਰ ਹੋਇਆ ਲੇਕਿਨ ਕਦੀ ਵੇਖਿਆ ਨਹੀਂ ਹੋਏਗਾ। ਤੇ ਇਸੇ ਕਰਕੇ ਸਾਡੇ ਸਟੂਡੀਓ ਦੇ ਵਿੱਚ ਸਾਡੇ ਨਾਲ ਇਸ ਵਕਤ ਮੌਜੂਦ ਨੇ ਡਾਕਟਰ ਚਰਨ ਕਮਲ ਲੱਦੜ, ਜੋ ਕਿ 골ਡ ਮੈਡਲਿਸਟ ਨੇ ਫੋਰੈਂਸਿਕਸ ਮੈਡੀਸਨ ਐਂਡ ਟੌਕਸੀਕੋਲੋਜਿਸਟ। ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਸਮਨ ਨਿਊਜ਼ ਦੇ ਪੋਡਕਾਸਟ ਪ੍ਰੋਗਰਾਮ 'ਚ। ਬਹੁਤ-ਬਹੁਤ ਸ਼ੁਕਰੀਆ ਤਪਨ ਜੀ। ਡਾਕਟਰ ਸਾਹਿਬ, ਬੜੇ ਸਵਾਲ ਹੁੰਦੇ ਨੇ, ਸਾਡੇ ਜ਼ਿਹਨ ਦੇ ਵਿੱਚ ਵੀ ਬਹੁਤ ਸਵਾਲ ਹੁੰਦੇ ਨੇ ਇਸ ਤਰ੍ਹਾਂ ਦੇ ਕਿ ਆਖਰ ਇਹ ਫੋਰੈਂਸਿਕ ਐਕਸਪਰਟ ਜਿਹੜੇ ਨੇ ਕੰਮ ਕਿਸ ਤਰ੍ਹਾਂ ਕਰਦੇ ਨੇ, ਕਿਉਂਕਿ ਨਾਟਕਾਂ ਦੇ ਵਿੱਚ, ਫਿਲਮਾਂ ਦੇ ਵਿੱਚ ਇਹਨਾਂ ਦਾ ਸਭ ਤੋਂ ਵੱਡਾ ਕਿਰਦਾਰ ਵਿਖਾਇਆ ਜਾਂਦਾ ਹੈ। ਆਖਰ ਇਹ ਜਿਹੜੀ ਫੋਰੈਂਸਿਕ ਐਕਸਪਰਟ ਹੈ, ਇਹਨਾਂ ਦਾ ਕੰਮ ਕੀ ਹੁੰਦਾ, ਕਿਵੇਂ ਕਰਦੇ ਨੇ? ਤਪਨ ਜੀ, ਤੁਸੀਂ ਬੜੇ ਸੀਨੀਅਰ ਪੱਤਰਕਾਰ ਹੋ, ਤੁਸੀਂ ਇੱਕ ਬਹੁਤ ਹੀ ਵਾਜਬ ਸਵਾਲ ਚੱਕਿਆ ਹੈ ਕਿ ਇਹ ਫੋਰੈਂਸਿਕ ਐਕਸਪਰਟੀਜ਼ ਚੀਜ਼ ਕੀ ਹੈ। ਮੈਂ ਤੁਹਾਡੇ ਇਸ ਨਿਊਜ਼ ਚੈਨਲ ਮਾਧਿਅਮ ਨਾਲ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਫੋਰੈਂਸਿਕ ਮੈਡੀਸਿਨ ਸਾਇੰਸ ਦੇ ਉਹ ਮਾਸਟਰਸ ਹੁੰਦੇ ਨੇ ਜੋ ਡੀਲ ਕਰਦੇ ਨੇ ਡਾਕਟਰੀ ਨੂੰ ਔਰ ਡਾਕਟਰੀ ਦੇ ਉਹਨਾਂ ਪਹਿਲੂਆਂ ਨੂੰ ਜੋ ਜੋੜਦੇ ਨੇ ਇਸ ਵਿਭਾਗ ਨੂੰ ਪੁਲਿਸ ਦੇ ਨਾਲ, ਕ੍ਰਾਈਮ ਦੇ ਨਾਲ, ਜੁਡੀਸ਼ਰੀ ਦੇ ਨਾਲ ਔਰ ਉਹਨਾਂ ਕੁਝ ਵਿਭਾਗਾਂ ਦਾ ਜਿਵੇਂ MLR ਨੇ, ਪਰਚੇ ਹੈ, ਲੜਾਈ ਝਗੜੇ ਦੇ ਕੇਸਿਸ ਹੈ, ਪੋਸਟਮਾਰਟਮ ਦੇ ਕੇਸਿਸ ਹੈ, ਜਿਹੜੇ ਕ੍ਰਿਮੀਨੋਲੋਜੀ ਨੂੰ ਸੋਲਵ ਕਰਨ ਲਈ ਬਹੁਤ ਹੀ ਇੰਪੋਰਟੈਂਟ ਹੁੰਦੇ ਨੇ। ਤੇ ਬਿਲਕੁਲ ਇਹਦੇ ਵਿੱਚ ਕੰਮ ਕਿਸ ਤਰ੍ਹਾਂ ਹੁੰਦਾ ਹੈ? ਜਿਵੇਂ ਕਿ ਆਪਾਂ ਦੇਖਦੇ ਹਾਂ, ਅਗਰ ਪੋਸਟਮਾਰਟਮ ਦੀ ਗੱਲ ਕਰ ਲਈ ਜਾਏ, ਉਹਦੇ ਵਿੱਚ MBBS ਡਾਕਟਰ ਜਿਹੜੇ ਨੇ ਉਹ ਅਸੀਂ ਦੇਖਦੇ ਹਾਂ ਉਹ ਕਰਦੇ ਨੇ। ਫਿਰ ਇੱਥੇ ਤੁਹਾਡੀ ਕਿੱਥੇ ਲੋੜ ਪੈਂਦੀ ਹੈ? ਬੜਾ ਵਾਜਬ ਸਵਾਲ ਹੈ ਜੀ ਤੁਹਾਡਾ। ਇਹ ਮੈਨੂੰ ਅਕਸਰ ਹੀ ਪੁੱਛਿਆ ਜਾਂਦਾ ਹੈ ਕਿ ਜਦੋਂ ਇੱਕ MBBS ਡਾਕਟਰ ਇੱਕ ਪਰਚਾ, ਇੱਕ MLR ਕਰਨ ਦੇ ਕਾਬਿਲ ਹੈ ਜਾਂ ਇੱਕ ਪੋਸਟਮਾਰਟਮ ਕਰਨ ਲਈ ਸਰਕਾਰ ਵੱਲੋਂ ਨਾਮਜ਼ਦ ਕੀਤਾ ਹੋਇਆ, ਤਾਂ ਫੋਰੈਂਸਿਕ ਐਕਸਪਰਟ ਦਾ ਕੀ ਰੋਲ ਹੈ? ਤੁਹਾਡਾ ਕੁਐਸਚਨ ਬੜਾ ਵਾਜਬ ਹੈ। ਮੈਂ ਇਸ ਬਾਰੇ ਦੱਸਣਾ ਚਾਹੁੰਦਾ ਹਾਂ ਕਿ
ਫੋਰੈਂਸਿਕ ਮੈਡੀਸਿਨ ਐਂਡ ਟੌਕਸੀਕੋਲੋਜੀ MBBS ਤੋਂ ਬਾਅਦ ਇੱਕ ਕੀਤੀ ਜਾਣ ਵਾਲੀ 3 ਸਾਲ ਦੀ ਪੋਸਟ ਗ੍ਰੈਜੂਏਸ਼ਨ ਹੈ, ਜਿਸ ਵਿੱਚ MD ਫੋਰੈਂਸਿਕ ਦੇ ਵਿੱਚ ਡਾਕਟਰਸ ਨੂੰ ਇੱਕ ਖਾਸ ਬ੍ਰਾਂਚ ਲਈ ਟ੍ਰੇਨ ਕੀਤਾ ਜਾਂਦਾ ਹੈ। ਪੋਸਟਮਾਰਟਮ ਕਰਨਾ ਇੱਕ ਐਕਸਪਰਟ ਕੰਮ ਹੁੰਦਾ ਹੈ, ਜਿਸ ਨੂੰ ਇੱਕ MBBS ਡਾਕਟਰ ਕਰ ਸਕਦਾ ਹੈ, ਪਰ ਕੁਝ ਕੇਸਿਸ ਇਹੋ ਜਿਹੇ ਹੁੰਦੇ ਨੇ ਜਿਵੇਂ ਕੁਝ ਡੀਕੰਪੋਜ਼ਡ ਬਾਡੀਜ਼ ਹੈ, ਕੁਝ ਔਰਤਾਂ ਨਾਲ ਔਰ ਬੱਚਿਆਂ ਨਾਲ ਜੋ ਰਿਲੇਟਡ ਕ੍ਰਾਈਮਸ ਨੇ, ਕੁਝ ਮਰਡਰ ਜਾਂ ਸੁਸਾਈਡ ਦੇ ਕੇਸਿਸ ਹੈ। ਫੋਰ ਐਗਜ਼ਾਮਪਲ ਛੋਟੀ ਜੀ ਗੱਲ ਹੈ, ਇੱਕ ਗਲ ਵਿੱਚ ਲੱਗੇ ਹੋਏ ਫਾਹੇ ਦਾ ਉਹ ਹੈਂਗਿੰਗ ਦਾ ਨਤੀਜਾ ਹੈ ਜਾਂ ਸਟ੍ਰੈਂਗੂਲੇਸ਼ਨ ਦਾ, ਮਤਲਬ ਉਹ ਮੌਤ ਗਲਾ ਘੁੱਟਣ ਨਾਲ ਹੋਈ ਹੈ ਜਾਂ ਸੁਸਾਈਡ ਹੈ। ਇਸ ਛੋਟੇ ਛੋਟੇ ਪੁਆਇੰਟਸ ਦੇ ਵਿੱਚ ਅਸੀਂ ਮਾਸਟਰ ਹੋ ਜਾਂਦੇ ਆ ਇਸ ਕੰਮ ਨੂੰ ਕਰਨ ਲਈ ਔਰ ਇਸ ਦੀਆਂ ਬਰੀਕੀਆਂ ਸਮਝਣ ਲਈ। ਨਹੀਂ, ਕਿਸ ਤਰ੍ਹਾਂ, ਜਿਵੇਂ ਕਿ ਅਗਰ ਕਿਸੇ ਨੇ ਗਲਾ ਘੋਟਿਆ ਜਾਂ ਕੋਈ ਨਬਜ਼ ਦੱਬ ਕੇ ਉਹਦੀ ਹੱਤਿਆ ਕਰਤੀ ਹੈ ਤੇ ਉਹਦਾ ਕਿਵੇਂ ਪਤਾ ਲੱਗਦਾ ਕਿ ਤੁਹਾਡਾ ਦੇਖੋ ਜੋ ਲਾਈਗੇਚਰ ਦਾ ਮਾਰਕ ਹੁੰਦਾ ਹੈ, ਜਿਸ ਨੂੰ ਆਪਾਂ ਫਾਹੇ ਦਾ ਨਿਸ਼ਾਨ ਕਹਿੰਦੇ ਆ, ਉਸ ਫਾਹੇ ਦੇ ਨਿਸ਼ਾਨ ਦੀ ਬਣਤਰ, ਉਸ ਦੀ ਜਗ੍ਹਾ, ਉਸ ਦਾ ਸਾਈਜ਼ ਕੀ ਹੈ, ਉਸ ਦਾ ਕਿਸ ਕਿਸਮ ਦਾ ਕਰੈਕਟਰ ਹੈ, ਉਹ ਕਿ ਉਹ ਜਿਉਂਦੇ ਬੰਦੇ ਨੂੰ ਫਾਹਾ ਲਾਇਆ ਗਿਆ ਜਾਂ ਮਰਨ ਤੋਂ ਬਾਅਦ ਲਗਾਇਆ ਗਿਆ, ਉਸ ਫਾਹਾ ਲੱਗਣ ਦੀ ਜੋ ਕਿਸਮ ਹੈ ਉਸ ਤੋਂ ਸਾਨੂੰ ਇਸ ਚੀਜ਼ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਇਹ ਕ੍ਰਾਈਮ ਰਿਲੇਟਡ ਹੈ। ਸੋ ਫੋਰ ਐਗਜ਼ਾਮਪਲ ਜਿਵੇਂ ਇੱਕ ਸਧਾਰਨ ਬੰਦਾ ਫਾਹਾ ਲੈਂਦਾ ਹੈ ਤਾਂ ਉਹ ਅਸੀਂ ਉਸ ਨੂੰ ਹੈਂਗਿੰਗ ਕਹਿੰਦੇ ਆ। ਹੈਂਗਿੰਗ ਤੋਂ ਭਾਵ ਵੀ ਉਹ ਬੰਦਾ ਲਟਕ ਕੇ ਮਰਿਆ, ਪਰ ਤੁਸੀਂ ਦੇਖਿਆ ਹੋਵੇਗਾ ਹਰ ਕੇਸ ਦੇ ਵਿੱਚ ਬਾਡੀ ਦਾ ਪੂਰਾ ਲਟਕਣਾ ਨਹੀਂ ਪਾਇਆ ਜਾਂਦਾ, ਮਤਲਬ ਇਹ ਟਿਪੀਕਲ ਜਾਂ ਏਟਿਪੀਕਲ ਹੈਂਗਿੰਗ ਦੇ ਮਸਲੇ ਹੁੰਦੇ ਆ, ਜਿੱਥੇ ਲਾਸ਼ ਨੂੰ ਲਟਕਦਿਆਂ ਦੇਖ ਕੇ ਇੰਜ ਪ੍ਰਤੀਤ ਹੁੰਦਾ ਹੈ ਕਿ ਇਹ ਲਾਸ਼ ਸੁਸਾਈਡ ਨਹੀਂ ਹੈ, ਇਹ ਨਤੀਜਾ ਸੁਸਾਈਡ ਦਾ ਨਹੀਂ ਹੈ, ਇਹ ਨਤੀਜਾ ਕਿਸੇ ਕ੍ਰਾਈਮ ਦਾ ਨਤੀਜਾ ਹੈ। ਸੋ ਅਜਿਹੇ ਕੇਸਾਂ ਦੇ ਵਿੱਚ ਅਸੀਂ ਫੋਰੈਂਸਿਕ ਐਕਸਪਰਟ ਉਹਨਾਂ ਦੀ ਬਣਤਰ ਤੋਂ ਲੈ ਕੇ ਸਰੀਰ ਦੇ ਅੰਦਰੂਨੀ ਅੰਗਾਂ ਦੇ ਡੈਮੇਜ ਤੱਕ, ਉਸ ਲਾਈਗੇਚਰ ਮਾਰਕ ਦੀ ਸੈਂਪਲਿੰਗ ਤੋਂ ਲੈ ਕੇ ਉਸ ਦੀ ਡੈਕਲੇਰੇਸ਼ਨ ਤੱਕ ਐਗਜ਼ਾਮਿਨ ਕਰਦੇ ਆ। ਫੋਰੈਂਸਿਕ ਮੈਡੀਸਿਨ ਐਕਸਪਰਟ ਦੀ ਐਗਜ਼ਾਮੀਨੇਸ਼ਨ ਬਹੁਤ ਹੀ ਜ਼ਿਆਦਾ ਡਿਟੇਲ ਵਿੱਚ ਹੁੰਦੀ ਹੈ। ਡਾਕਟਰ ਸਾਹਿਬ, ਜਿਵੇਂ ਇੱਕ ਇਹ ਵੀ ਦੇਖਿਆ ਜਾਂਦਾ ਹੈ ਕਿਤੇ ਕੋਈ ਡੈਡ ਬੋਡੀ ਜਿਵੇਂ ਚੱਕ ਕੇ ਲੈ ਗਏ, ਉੱਥੇ ਉਂਗਲੀ ਕੱਟ ਕੇ ਉੱਥੇ ਰਹਿ ਗਈ, ਉਹਦੇ ਤੋਂ ਵੀ ਕਿਵੇਂ ਹੁੰਦਾ ਕਿ ਤੁਸੀਂ ਤਾਂ ਉਹ ਬੰਦੇ ਤੱਕ ਪਹੁੰਚ ਜਾਂਦੇ ਹੋ, ਉਹਦੇ ਪਰਿਵਾਰ ਤੱਕ ਪਹੁੰਚ ਜਾਂਦੇ ਹੋ, ਉਹ ਚੀਜ਼ਾਂ ਕਿਸ ਤਰ੍ਹਾਂ ਹੁੰਦੀਆਂ ਨੇ? ਸਰ, ਹਰ ਬੰਦੇ ਦੀ ਬਣਤਰ ਅਲੱਗ ਹੁੰਦੀ ਹੈ। ਬਹੁਤ ਸਾਰੇ ਕੇਸਿਸ ਮੇਰੇ ਆਪ ਦੇ ਕੈਰੀਅਰ ਵਿੱਚ ਇਹੋ ਜਿਹੇ ਹੋਏ ਨੇ ਜਿਸ ਵਿੱਚ ਸਿਰਫ ਇੱਕ ਪੈਰ ਦਾ ਹਿੱਸਾ, ਹੱਥ ਦਾ ਹਿੱਸਾ, ਉਂਗਲੀ ਜਾਂ ਆਪਣਾ ਸਰੀਰ ਦਾ ਕੋਈ ਅੰਗ ਰਹਿ ਜਾਂਦਾ ਹੈ। ਉਸ ਅੰਗ ਤੋਂ ਲੈ ਕੇ ਉਸ ਬੰਦੇ ਦੀ ਸ਼ਨਾਖਤ ਤੱਕ ਅਸੀਂ ਦੇਖਦੇ ਹਾਂ ਕਿ ਇਹ ਜੋ ਸਾਨੂੰ ਅੰਗ ਮਿਲਿਆ ਇਹ ਇਨਸਾਨ ਦਾ ਹੈ ਜਾਂ ਜਾਨਵਰ ਦਾ ਹੈ। ਉਸ ਪੜਤਾਲ ਤੋਂ ਬਾਅਦ ਅਗਰ ਉਹ ਇਨਸਾਨ ਦਾ ਆ ਤਾਂ ਇਹ ਇੱਕ ਮੇਲ ਦਾ ਆ, ਫੀਮੇਲ ਦਾ ਆ ਜਾਂ ਥਰਡ ਜੈਂਡਰ ਦਾ। ਉਸ ਦੀ ਸਰੀਰਕ ਬਣਤਰ ਕਿਹੋ ਜਿਹੀ ਸੀ, ਅਗਰ ਉਹ ਮੇਲ ਦਾ ਆ ਤਾਂ ਉਸ ਦੀ ਲਗਭਗ ਉਮਰ ਕੀ ਰਹੀ ਹੈ। ਅਗਰ ਉਸ ਦੀ ਉਮਰ ਸਾਨੂੰ ਅੰਦਾਜ਼ਾ ਹੋ ਜਾਂਦਾ ਹੈ, ਉਸ ਦੀ ਹਾਈਟ, ਉਸ ਦਾ ਬਣਤਰ ਦਾ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ। ਉਸ ਦੇ ਵਿੱਚੋਂ ਅਸੀਂ DNA ਐਕਸਟ੍ਰੈਕਟ ਕਰਕੇ ਅਗਰ ਸਾਨੂੰ ਕੋਈ ਕਲੇਮੈਂਟ ਮਿਲ ਜਾਂਦਾ ਹੈ ਜੋ ਕਲੇਮ ਕਰਦਾ ਹੈ ਕਿ ਇਹ ਬੰਦਾ ਸਾਡਾ ਹੋ ਸਕਦਾ ਹੈ, ਤਾਂ DNA ਦਾ ਮਿਲਾਨ ਕਰਕੇ ਅਸੀਂ ਉਸ ਦੀ ਸ਼ਨਾਖਤ ਤੱਕ ਆਰਾਮ ਨਾਲ ਪਹੁੰਚ ਸਕਦੇ ਹਾਂ। ਤੇ ਡਾਕਟਰ ਸਾਹਿਬ, ਇੱਕ ਇਹ ਵੀ ਜ਼ਰੂਰ ਹੁੰਦਾ, ਤੁਸੀਂ ਪੋਸਟਮਾਰਟਮ ਦੇ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸ ਦਈਏ ਕਿ ਉਹ ਡਾਕਟਰ ਨੇ, ਡਾਕਟਰ ਚਰਨ ਕਮਲ ਲੱਦੜ, ਜਿਹੜੇ ਕਿ ਪੰਜਾਬ ਦੇ ਵਿੱਚ ਕਿਹਾ ਜਾਏ ਤਾਂ ਸਭ ਤੋਂ ਜ਼ਿਆਦਾ ਪੋਸਟਮਾਰਟਮ ਕਰਨ ਵਾਲੇ ਨੇ। ਡਾਕਟਰ ਸਾਹਿਬ, ਇੱਕ ਇਹ ਵੀ ਸੁਣਨ ਨੂੰ ਆਉਂਦਾ ਕਿ ਲਗਭਗ 10,000 ਤੋਂ ਜ਼ਿਆਦਾ ਤੁਸੀਂ ਪੋਸਟਮਾਰਟਮ ਕਰ ਚੁੱਕੇ ਹੋ। ਜੀ ਤਪਿਲ ਜੀ, ਬਹੁਤ ਤੁਹਾਡੀ ਗੱਲ ਵਾਜਬ ਹੈ। ਮੈਂ ਲਗਭਗ 4-5 ਹਜ਼ਾਰ ਪੋਸਟਮਾਰਟਮ ਆਪਣੇ ਹੱਥੀਂ ਔਰ ਲਗਭਗ ਇੰਨੇ ਹੀ ਪੋਸਟਮਾਰਟਮ ਬੋਰਡ ਕੇਸਿਸ ਦੇ ਵਿੱਚ ਕੰਡਕਟ ਕਰਵਾ ਚੁੱਕਾ। ਤੋ ਪੋਸਟਮਾਰਟਮ ਕਰਨਾ ਇੱਕ ਐਕਸਪਰਟੀਜ਼ ਹੈ, ਇੱਕ ਕਲਾ ਹੈ ਜਿਸ ਨੂੰ ਸਿੱਖਣ ਵਿੱਚ ਸਮਾਂ ਲੱਗਦਾ ਹੈ ਔਰ ਇਸ ਦੇ ਵਿੱਚ ਆਮ ਗਲਤੀਆਂ ਜੋ ਸਾਡੇ ਡਾਕਟਰ ਸੱਜਣਾ ਤੋਂ ਰਹਿ ਜਾਂਦੀਆਂ ਜਾਂ ਉਹ ਆਪਾਂ ਇੰਗਲਿਸ਼ ਵਿੱਚ ਕਹਿੰਦੇ ਆ ਕਿ ਆਈਜ਼ ਸੀਜ਼ ਵਟ ਮਾਈਂਡ ਨੋਜ਼। ਸੋ ਅਗਰ ਉਸ ਚੀਜ਼ ਬੰਦੇ ਦੀ ਟ੍ਰੇਨਿੰਗ ਉਸੇ ਤਰ੍ਹਾਂ ਹੋਈ ਹੋਵੇ ਤਾਂ ਉਹ ਜੋ ਅਬਨੋਰਮੈਲਿਟੀਜ਼ ਹੈ ਉਹ ਅੱਖਾਂ ਤੋਂ ਨਜ਼ਰ ਆ ਜਾਂਦੀਆਂ ਨੇ। ਤੇ ਡਾਕਟਰ ਸਾਹਿਬ, ਇਹਦਾ ਡਰ ਨਹੀਂ ਲੱਗਦਾ ਕਦੀ, ਕਿਉਂਕਿ ਜਿਗਰਾ ਕਿੱਥੋਂ ਲੈ ਕੇ ਆਉਂਦਾ, ਇੰਨੀ ਬੋਡੀ ਚੀਰਨੀ, ਕਿਉਂਕਿ ਆਮ ਬੰਦੇ ਤੇ ਥੋੜੀ ਸੱਟ ਲੱਗ ਜਾਂਦੀ ਹੈ, ਅਗਰ ਅੰਦਰੋਂ ਥੋੜਾ ਜਿਹਾ ਮਾਸ ਦਿਖਣਾ ਸ਼ੁਰੂ ਹੋ ਜਾਂਦਾ ਆਪਾਂ ਦੇਖ ਨਹੀਂ ਪਾਉਂਦੇ, ਤੇ ਤੁਸੀਂ ਕਿਸ ਤਰ੍ਹਾਂ ਇੰਨਾ ਪੋਸਟਮਾਰਟਮ 10,000 ਤੋਂ ਜ਼ਿਆਦਾ? ਤਪਿਨ ਜੀ, ਇਸ ਤਰ੍ਹਾਂ ਹੁੰਦਾ ਹੈ ਕਿ ਇੱਕ ਡਾਕਟਰ ਬਣਨ ਵਾਸਤੇ ਪਹਿਲਾਂ 5.5 ਸਾਲ ਦੀ MBBS ਹੈ, ਬਹੁਤ ਲੰਬੀ ਟ੍ਰੇਨਿੰਗ ਹੈ। ਉਸ ਤੋਂ ਬਾਅਦ ਕੁਝ ਪ੍ਰੈਕਟੀਕਲ ਟ੍ਰੇਨਿੰਗ ਹਾਸਲ ਕਰਨ ਤੋਂ ਬਾਅਦ 3 ਸਾਲ ਦੀ MD ਕੀਤੀ ਜਾਂਦੀ ਹੈ। ਸੋ ਕੁੱਲ ਮਿਲਾ ਕੇ ਅਗਰ ਮੈਂ ਕਹਾਂ, ਇੱਕ ਸਧਾਰਨ ਬੱਚੇ ਤੋਂ, ਇੱਕ ਸਧਾਰਨ ਇਨਸਾਨ ਤੋਂ ਇੱਕ ਐਕਸਪਰਟ ਡਾਕਟਰ ਬਣਨ ਲਈ ਲਗਭਗ 10 ਸਾਲ ਦਾ ਸਮਾਂ ਲੱਗ ਜਾਂਦਾ ਹੈ। ਤਾਂ ਇਹਨਾਂ 10 ਸਾਲਾਂ ਵਿੱਚ ਸਾਡੀ ਜੋ ਟ੍ਰੇਨਿੰਗ ਹੈ ਬਹੁਤ ਕਰੜੀ ਹੈ,
ਬਹੁਤ ਐਕਸਪਰਟੀਜ਼ ਹੈ। ਇਹ ਟ੍ਰੇਨਿੰਗ ਕਰਦਿਆਂ ਸਾਡੇ ਦਿਮਾਗ ਨੂੰ ਇਸ ਤਰ੍ਹਾਂ ਟ੍ਰੇਨ ਕੀਤਾ ਜਾਂਦਾ ਹੈ ਕਿ ਇਹ ਤੁਹਾਡੇ ਵਾਸਤੇ ਇੱਕ ਲਾਸ਼ ਨਹੀਂ ਹੈ, ਇਹ ਤੁਹਾਡੇ ਵਾਸਤੇ ਇੱਕ ਸਿਰਫ ਕੇਸ ਨਹੀਂ ਹੈ। ਉਸ ਕ੍ਰਾਈਮ ਨਾਲ ਰਿਲੇਟਡ ਵਜਨ, ਦੋਸ਼ੀ ਨੂੰ ਇਨਸਾਫ ਦਿਵਾਉਣਾ, ਔਰ ਇੱਕ ਮ੍ਰਿਤਕ ਨੂੰ ਸੁਣਨ ਵਾਲਾ ਕੋਈ ਨਹੀਂ ਹੁੰਦਾ। ਉਸ ਮ੍ਰਿਤਕ ਦੇਹ ਨੂੰ ਫੋਰੈਂਸਿਕ ਐਕਸਪਰਟ ਸੁਣ ਸਕਦੇ ਆ। ਬਿਲਕੁਲ, ਮੈਂ ਉਹੀ ਗੱਲ ਕਹਿ ਰਿਹਾ, ਨਾਰਮਲ ਡਾਕਟਰ ਤਾਂ ਚਲੋ ਠੀਕ ਹੈ, ਕੋਈ ਆਪਰੇਟ ਕਰਦੇ, ਬੇਹੋਸ਼ ਕਰਕੇ ਕਰਦੇ, ਉਹਨਾਂ ਨੂੰ ਪਤਾ ਬੰਦਾ ਜ਼ਿੰਦਾ ਹੈ, ਲੇਕਿਨ ਜਿਹਦੀ ਮੌਤ ਹੋ ਚੁੱਕੀ ਹੈ, ਕੁਝ ਘੰਟੇ ਵੀ ਅਗਰ ਬੋਡੀ ਪਈ ਰਹਿੰਦੀ ਹੈ, ਲੋਕ ਕਹਿੰਦੇ ਆਤਮਾ, ਇਸ ਤਰ੍ਹਾਂ ਦੀਆਂ ਜ਼ਹਿਨ 'ਚ ਨਹੀਂ ਗੱਲਾਂ ਆਉਂਦੀਆਂ, ਕਦੀ ਇਸ ਤਰ੍ਹਾਂ ਟੱਕਰਾ ਹੋਇਆ, ਫਿਲਮਾਂ ਵੀ ਅਸੀਂ ਦੇਖਦੇ ਹਾਂ। ਜੀ ਤਪਨ ਜੀ, ਅਸਲ ਵਿੱਚ ਕ੍ਰਾਈਮ ਦੇ ਵਜਨ ਨੂੰ ਚੱਕਣਾ ਇੱਕ ਫੋਰੈਂਸਿਕ ਐਕਸਪਰਟ ਲਈ ਬਹੁਤ ਜ਼ਰੂਰੀ ਹੈ, ਔਰ ਇਹ ਵਜਨ ਤੁਹਾਡੇ ਨਿੱਜੀ ਸੋਚ, ਤੁਹਾਡੇ ਨਿੱਜੀ ਇੰਟਰਸਟ ਔਰ ਤੁਹਾਡੀਆਂ ਨਿੱਜੀ ਵਿਚਾਰਧਾਵਾਂ ਤੋਂ ਬਹੁਤ ਜ਼ਿਆਦਾ ਭਾਰੀ ਹੈ। ਸੋ ਇਹੋ ਜਿਹਾ ਕੋਈ ਡਰ ਜਾਂ ਭੈ ਕਦੀ ਮਹਿਸੂਸ ਨਹੀਂ ਹੁੰਦਾ। ਉਸ ਕ੍ਰਾਈਮ ਨੂੰ ਸੋਲਵ ਕਰਨ ਵਿੱਚ ਹੈਲਪ ਕਰਨੀ ਹੀ ਇੱਕ ਪ੍ਰਾਇਮਰੀ ਏਮ ਰਹਿੰਦਾ ਡਾਕਟਰ ਦਾ। ਕੋਈ ਇਸ ਤਰ੍ਹਾਂ ਦਾ ਕਿੱਸਾ ਹੋਵੇ, ਕਿਉਂਕਿ ਡੈਡ ਬੋਡੀਜ਼ ਦੇ ਵਿੱਚ ਰਹਿਣਾ, ਕਿੰਨੇ ਪੋਸਟਮਾਰਟਮ ਕਰਨੇ, ਤੇ ਉਹਨਾਂ ਵਿੱਚ ਕਦੀ ਇਸ ਤਰ੍ਹਾਂ ਦੀ ਸਿਚੁਏਸ਼ਨ ਆਈ ਹੈ ਕਿ ਲੱਗਾ ਇਹ ਬਿਲਕੁਲ ਬਹੁਤ ਅਲੱਗ ਹੈ, ਮੇਰੇ ਨਾਲ ਅੱਜ ਤੱਕ ਇਸ ਤਰ੍ਹਾਂ ਦਾ ਨਹੀਂ ਹੋਇਆ, ਰੋਂਗਟੇ ਖੜੇ ਹੋਏ ਹੋਣ, ਜਾਂ ਕੋਈ ਕਿਸੇ ਦੀ ਮੌਤ ਹੋਈ ਹੈ, ਉਹਦਾ ਪੋਸਟਮਾਰਟਮ ਕਰਨ ਲੱਗੇ ਹੋ, ਉਹ ਜ਼ਿੰਦਾ ਹੋ ਜੇ? ਤਪਨ ਜੀ, ਜਿੰਦਾ ਤਾਂ ਅੱਜ ਤੱਕ ਕੋਈ ਨਹੀਂ ਹੋਇਆ। ਅਸਲ ਵਿੱਚ ਲਾਸ਼ਾਂ ਤੋਂ ਇੰਨਾ ਡਰਨ ਦੀ ਜ਼ਰੂਰਤ ਨਹੀਂ, ਜਿੰਦਾ ਇਨਸਾਨਾਂ ਤੋਂ ਮੈਨੂੰ ਜ਼ਿਆਦਾ ਡਰ ਲੱਗਦਾ ਹੈ ਨਿੱਜੀ ਤੌਰ ਤੇ। ਤੁਹਾਡਾ ਇਹ ਕੁਐਸਚਨ ਬੜਾ ਵਾਜਬ ਹੈ। ਇਸ ਦੇ ਵਿੱਚ ਬਹੁਤ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਕਿਉਂਕਿ ਆਪਾਂ ਸਾਰੇ ਹੀ ਸੁਸਾਇਟੀ ਨੂੰ ਰਹਿਣ ਵਾਲੇ ਬੰਦੇ ਆ, ਇੱਕ ਇਨਸਾਨ ਪਹਿਲਾਂ ਆ, ਉਸ ਤੋਂ ਬਾਅਦ ਡਾਕਟਰ ਹੈ, ਉਸ ਤੋਂ ਬਾਅਦ ਸਾਡੇ ਐਕਸਪਰਟੀਜ਼ ਆਉਂਦੀਆਂ ਨੇ। ਕੁਝ ਮੈਨੂੰ ਪਰਸਨਲ ਕਿਸੇ ਮੇਰੇ ਦਿਮਾਗ 'ਚ ਜ਼ਹਿਨ 'ਚ ਘੁੰਮ ਰਹੇ ਨੇ ਤੁਹਾਡੇ ਇਸ ਸਵਾਲ ਤੋਂ ਬਾਅਦ। ਬੜਾ ਮੁਸ਼ਕਿਲ ਹੋ ਜਾਂਦਾ ਹੈ ਜਦੋਂ ਕਰਸ਼ਡ ਬੋਡੀਜ਼ ਨੂੰ ਅਸੀਂ ਐਗਜ਼ਾਮਿਨ ਕਰਦੇ ਹਾਂ। ਜਦੋਂ ਕਿਸੇ ਮਾਸੂਮ ਬੱਚੇ ਦੀ ਬੋਡੀ ਆ ਜਾਂਦੀ ਹੈ ਤਾਂ ਦਿਮਾਗ ਵਿੱਚ ਕਈ ਵਾਰੀ ਪਰਿਵਾਰਕ ਤੇ ਸਮਾਜਿਕ ਗੱਲਾਂ ਬਹੁਤ ਵਾਰੀ ਘੁੰਮ ਜਾਂਦੀਆਂ ਨੇ, ਪਰ ਫਿਰ ਇਸ ਚੀਜ਼ ਦਾ ਵਜਨ, ਜਿਵੇਂ ਮੈਂ ਕਿਹਾ, ਕਿ ਜ਼ਿਆਦਾ ਹੁੰਦਾ ਹੈ ਕਿ ਕ੍ਰਿਮੀਨੋਲੋਜੀ ਨੂੰ ਸੋਲਵ ਕਰਨ ਲਈ ਮੈਨੂੰ ਆਪਣੇ ਆਪ ਨੂੰ ਸਥਿਰ ਕਰਨਾ ਪੈਂਦਾ ਹੈ, ਮੈਨੂੰ ਆਪਣੇ ਕੰਮ ਨੂੰ ਅਹਿਮੀਅਤ ਦੇਣੀ ਪੈਂਦੀ ਹੈ ਆਪਣੀ ਨਿੱਜੀ ਸੋਚ ਨਾਲੋਂ। ਸੋ ਅਜਿਹਾ ਤਾਂ ਕੁਝ ਨਹੀਂ ਕਿ ਮੈਨੂੰ ਕਦੀ ਕਿਸੇ ਰੂਹ ਦਾ ਜਾਂ ਕਿਸੇ ਉਸ ਦਾ ਸਾਹਮਣਾ ਕਰਨਾ ਪਿਆ ਹੋਵੇ। ਰੈਦਰ ਵੀ ਫੀਲ ਇਨਕਰੇਜਡ ਐਂਡ ਪੋਜ਼ਿਟਿਵ ਇਨ ਆਵਰ ਵਰਕ ਫੀਲਡ। ਤਾਂ ਬਿਲਕੁਲ, ਮੈਂ ਪਿੱਛੇ ਸੁਣਿਆ ਵੀ ਸੀਗਾ ਕਿ ਮੈਨੂੰ ਤੁਹਾਡਾ ਇੱਕ ਦੋਸਤ ਦੱਸ ਰਿਹਾ ਸੀ ਕਿ ਡਾਕਟਰ ਸਾਹਿਬ ਨੂੰ ਲਾਸਟ ਟਾਈਮ ਤੇ ਇੱਕ ਬੱਚੇ ਦਾ ਜਿਹੜਾ ਹੈਗਾ ਉਹ ਪੋਸਟਮਾਰਟਮ ਕਰ ਰਹੇ ਸੀ ਤੇ ਉਹਦਾ ਰੋ ਪਏ, ਕਹਿੰਦੇ ਮੇਰੇ ਤੋਂ ਹੋਊਗਾ ਨਹੀਂ। ਉਹਦਾ ਕੀ ਕਾਰਨ ਸੀਗਾ? ਇਮੋਸ਼ਨਲੀ ਥੋੜਾ ਜਿਹਾ ਕਦੀ ਹਰ ਇਨਸਾਨ ਬ੍ਰੇਕਡਾਊਨ ਹੋ ਜਾਂਦਾ ਹੈ। ਉਹ ਮੈਨੂੰ ਯਾਦ ਹੈ ਕਿ ਉਹ ਕਿੱਸਾ ਯਾਦ ਹੈ ਜਿਸ ਵਿੱਚ ਇੱਕ ਫਾਦਰ ਨੇ, ਮਦਰ ਨੇ ਔਰ ਬੱਚੇ ਨੇ, ਤਿੰਨਾਂ ਨੇ ਰੇਲ ਦੇ ਅੱਗੇ ਜੰਪ ਕਰ ਦਿੱਤਾ ਸੀ। ਮੈਂ ਇਸ ਗੱਲ ਨੂੰ ਸਮਝਣ ਲਈ ਔਰ ਸੋਚਣ ਲਈ ਤਿਆਰ ਨਹੀਂ ਸੀਗਾ ਕਿ ਇੱਕ 7-8 ਸਾਲ ਦਾ ਬੱਚਾ ਇਹ ਹੌਸਲਾ ਕਿੱਥੋਂ ਲਿਆਏਗਾ ਕਿ ਉਹ ਰੇਲ ਦੇ ਸਾਹਮਣੇ ਜੰਪ ਕਰ ਦੇ। ਬਿਲਕੁਲ, ਉਹ ਸਰ ਕਿੱਸਾ ਇੱਕ ਐਸਾ ਸੀ। ਮੈਂ ਬੱਚਾ ਬਹੁਤ ਬੁਰੀ ਤਰ੍ਹਾਂ ਕਰਸ਼ਡ ਸੀ, ਉਸਦੀ ਬਾਡੀ ਆਰਗਨਸ ਆਇਡੈਂਟੀਫਾਈ ਨਹੀਂ ਸੀ ਕਰ ਪਾ ਰਹੇ। ਤਾਂ ਇਹੋ ਜਿਹੇ ਕੇਸ ਦੇ ਵਿੱਚ ਉਹ 7-8 ਸਾਲ ਦੇ ਬੱਚੇ ਦੀ ਹੱਲੇ, ਜਿਸ ਦੀ ਸੋਝੀ ਵੀ ਡਿਵੈਲਪ ਨਹੀਂ ਹੋਈ, ਜਿਸ ਨੂੰ ਹੱਲੇ ਸਮਾਜਿਕ ਚੰਗੇ ਮਾੜੇ ਦਾ ਵੀ ਧਿਆਨ ਨਹੀਂ ਹੈ, ਜਿਸ ਨੂੰ ਇਹ ਨਹੀਂ ਪਤਾ ਕਿ ਲੋਨ ਦੇਣਾ ਔਰ ਲੋਨ ਵਾਪਸ ਕਰਨੇ ਦਾ ਕੀ ਵਜਨ ਹੈ, ਔਰ ਜਿਸ ਨੂੰ ਇਸ ਨਹੀਂ ਪਤਾ ਕਿ ਹੱਲੇ ਫਾਈਨੈਂਸਿਸ ਔਰ ਪੈਸਾ ਐਕਚੁਅਲ ਹੈ ਕੀ, ਉਸ ਬੱਚੇ ਨੂੰ ਜ਼ਿੰਦਗੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹੋ ਜਿਹੀ ਸਿਚੁਏਸ਼ਨ ਆ ਗਈ ਕਿ ਉਸ ਨੂੰ ਟ੍ਰੇਨ ਸਾਹਮਣੇ ਜੰਪ ਕਰਨਾ ਪਿਆ ਜਾਂ ਆਪਣੇ ਮਾਪਿਓ ਦਾ ਕਹਿਣਾ ਮੰਨ ਕੇ ਆਪਣੀ ਜਾਨ ਦੇ ਦਿੱਤੀ ਗਈ। ਇੱਕ ਬੜਾ ਇਮੋਸ਼ਨਲ ਕੇਸ ਸੀ ਉਹ। ਕੇਸ ਸੀ ਜਦੋਂ ਮੇਰੇ ਹੱਥ ਕੰਬ ਰਹੇ ਸੀ ਔਰ ਮੈਂ ਸੋਚਾਂ ਦੇ ਉਸ ਵਰਲਪੂਲ ਵਿੱਚ ਫਸਿਆ ਹੋਇਆ ਸੀਗਾ, ਜਿਸ ਵਿੱਚ ਮੈਨੂੰ ਕੁਝ ਸਮਾਂ ਲੱਗਿਆ ਆਪਣੇ ਆਪ ਨੂੰ ਸਟੇਬਲ ਕਰਨ ਲਈ ਔਰ ਉਸ ਪੋਸਟਮਾਰਟਮ ਨੂੰ ਕੰਡਕਟ ਕਰਨ ਲਈ। ਬੜੀ ਭਾਵੁਕ ਸਿਚੁਏਸ਼ਨ ਹੋ ਜਾਂਦੀ, ਇੱਕ ਪਾਸੇ ਸਾਹਮਣੇ ਬੋਡੀ ਪਈ ਹੈ ਔਰ ਦੂਸਰੇ ਪਾਸੇ ਉਸ ਸਿਚੁਏਸ਼ਨ ਤੁਹਾਨੂੰ ਪਤਾ ਲੱਗ ਜਾਂਦੀ ਕਿ ਇਹਦਾ ਕੇਸ ਕੀ ਸੀਗਾ। ਜਦੋਂ ਸੁਣਨ ਚ ਆਇਆ ਤਾਂ ਬਿਲਕੁਲ ਮੈਨੂੰ ਖੁਦ ਸੁਣ ਕੇ ਇੱਕਦਮ ਮੇਰੇ ਰੋਂਗਟੇ ਖੜੇ ਹੁੰਦੇ ਪਏ ਨੇ ਕਿ ਕਿਸ ਤਰ੍ਹਾਂ ਬੜੀ ਸੋਹਣੀ ਗੱਲ ਕੀਤੀ ਕਿ ਬੱਚਾ ਤਾਂ ਤਿਆਰ ਵੀ ਨਹੀਂ ਸੀਗਾ, ਨਾ ਉਹਨੂੰ ਪਤਾ ਕਿ ਲੋਨ ਕੀ ਹੈ ਜਾਂ ਇਸ ਤਰ੍ਹਾਂ ਹੀ ਚੀਜ਼ਾਂ। ਇਸ ਤਰ੍ਹਾਂ ਜੋ ਸਿਚੁਏਸ਼ਨ ਅੱਗੇ ਆਉਂਦੀ, ਫਿਰ 1-2 ਦਿਨ ਤੁਹਾਡਾ ਮੂਡ ਖਰਾਬ ਰਹਿੰਦਾ ਹੋਊਗਾ ਕਿ ਯਾਰ ਦੁਨੀਆ 'ਚ ਕੀ ਚੱਲ ਰਿਹਾ। ਸਰ ਪ੍ਰੋਫੈਸ਼ਨਲੀ ਔਰ ਪਰਸਨਲੀ ਚੀਜ਼ਾਂ ਨੂੰ ਕਈ ਵਾਰ ਮਿਕਸ ਅਪ ਹੋਣ ਦੀ ਕੋਸ਼ਿਸ਼ ਕਰਦੀਆਂ ਨੇ। ਹਰ ਬੰਦੇ ਦੇ ਹਰ ਪ੍ਰੋਫੈਸ਼ਨ ਦੇ ਵਿੱਚ ਕੁਝ ਨਿੱਜੀ ਤਜਰਬੇ ਹੁੰਦੇ ਨੇ, ਪਰ ਇਹ ਇੱਕ ਅਜਿਹਾ ਕੇਸ ਵੀ ਸੀਗਾ ਜਿਸ ਵਿੱਚ ਸ਼ਾਇਦ ਮੈਂ ਸਮਝਦਾ ਕਿ ਮੇਰੇ ਅਥਰੂ ਵੀ ਨਿਕਲੇ ਔਰ ਮੇਰੇ ਹੱਥ ਵੀ ਕੰਬੇ ਔਰ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਕੁਝ ਸਮਾਂ ਚਾਹੀਦਾ ਇਸ ਪੋਸਟਮਾਰਟਮ ਕੰਡਕਟ ਕਰਨ ਤੋਂ ਪਹਿਲਾਂ। ਮੈਨੂੰ ਆਪਣੇ ਆਪ ਨਾਲ, ਆਪਣੇ ਰੱਬ ਨਾਲ ਔਰ ਆਪਣੇ ਪ੍ਰੋਫੈਸ਼ਨ ਨਾਲ ਇੱਕ ਰਾਬਤਾ ਕਾਇਮ ਕਰਨਾ ਪਿਆ। ਉਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਤਿਆਰ ਕਰਕੇ ਇਸ ਕੇਸ ਨੂੰ ਪੂਰਾ ਕਰ ਪਾਇਆ। ਇੱਕ ਮੇਰੀ ਲਾਈਫ ਦਾ ਮੁਸ਼ਕਿਲ ਕੇਸ ਸੀ। ਮਤਲਬ ਕਿ ਪੋਸਟਮਾਰਟਮ ਫਿਰ ਤੁਸੀਂ ਹੀ ਕੀਤਾ? ਜੀ ਸਰ, ਉਹ ਮੈਂ ਹੀ ਕੀਤਾ ਸੀ। ਤੇ ਬਿਲਕੁਲ, ਹੁਣ ਆਪਾਂ ਗੱਲ ਕਰੀਏ ਤਾਂ ਗਾਣਿਆਂ ਦੇ ਵਿੱਚ ਆਪਾਂ ਬੜਾ ਸੁਣਦੇ ਹਾਂ,
26 ਦਾ ਪਰਚਾ ਜਾਂ 307 302 ਹੋਰ ਕਈ ਧਾਰਾਂ ਦਾ ਜ਼ਿਕਰ ਕੀਤਾ। ਬੜੀ ਟੌਰ ਟੱਪਾ ਦਿਖਾਇਆ ਜਾਂਦਾ ਸੀ। ਆਪਣੇ ਪੰਜਾਬੀ ਸਿੰਗਰਸ ਦੇ ਵੀ ਗਾਣੇ ਦੇਖਦੇ ਹਾਂ ਤੇ ਲੋਕ ਵੀ ਬੜੇ ਗੱਡੀਆਂ ਚਲਾ ਕੇ ਸੁਣਦੇ ਨੇ, ਮਾਰਕੀਟਸ ਦੇ ਵਿੱਚ ਨਿਕਲਦੇ ਹੋਏ ਉਹਦੇ ਵਿੱਚ ਬੜੀ ਟੌਰ ਟੱਪਾ ਸਮਝਿਆ ਜਾਂਦਾ। ਇਹ ਹੈ ਕਿ ਇਹ 26 307 ਇਹਨਾਂ ਦੇ ਵਿੱਚ ਕਿਉਂ ਟੌਰ ਟੱਪਾ ਮੰਨਿਆ ਜਾਂਦਾ? ਦੇਖੋ ਸਰ, ਮੈਂ ਬੜੀ ਇਸ ਗੱਲ ਨਾਲ ਅਸਹਿਮਤੀ ਪ੍ਰਗਟ ਕਰਦਾ ਹਾਂ ਕਿ ਅਗਰ ਸਾਡਾ ਕੋਈ ਭਾਈਚਾਰਾ ਇਸ ਤਰ੍ਹਾਂ ਦੇ ਕਲਚਰ ਨੂੰ ਪ੍ਰਮੋਟ ਕਰ ਰਿਹਾ ਤਾਂ ਉਹ ਠੀਕ ਨਹੀਂ ਹੈ। ਅਸੀਂ ਜਦੋਂ ਇੱਕ ਸਟਾਰ ਬਣ ਜਾਂਦੇ ਹਾਂ ਜਾਂ ਅਸੀਂ ਇੱਕ ਕਿਸੇ ਉਚਾਈ ਤੇ ਆ ਜਾਂਦੇ ਹਾਂ ਤਾਂ ਇਹ ਸਾਡਾ ਮੌਲਿਕ ਇੱਕ ਡਿਊਟੀ ਬਣਦੀ ਹੈ ਕਿ ਅਸੀਂ ਆਪਣੇ ਜੂਨੀਅਰ ਨੂੰ, ਬੱਚਿਆਂ ਨੂੰ ਔਰ ਸਮਾਜ ਨੂੰ ਸੇਧ ਦਈਏ। ਔਰ ਅਗਰ ਇਸ ਤਰ੍ਹਾਂ ਦੇ ਅਸੀਂ ਕਲਚਰ ਨੂੰ ਪ੍ਰਮੋਟ ਕਰਦੇ ਹਾਂ ਬਿਨਾਂ ਇਸ ਜਾਣਕਾਰੀ ਦੇ ਕਿ ਹੈ ਕੀ, ਹੁਣ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ 326 ਦਾ ਮਤਲਬ ਹੁੰਦਾ ਹੈ IPC 326 326। ਅੱਜ ਕੱਲ ਇਸ ਨੂੰ ਅਸੀਂ BNS 118 ਕਹਿੰਦੇ ਆ। ਇਸ ਦਾ ਮਤਲਬ ਇਹ ਹੁੰਦਾ ਹੈ ਕਿ ਕਿਸੇ ਬੰਦੇ ਦੇ ਖਤਰਨਾਕ ਹਥਿਆਰ ਨਾਲ ਖਤਰਨਾਕ ਇੰਜਰੀ ਕੀਤੀ ਗਈ ਹੈ, ਜਿਸ ਨਾਲ ਉਹ ਇੰਜਰੀ ਸਾਬਿਤ ਹੁੰਦੀ ਹੈ ਔਰ ਹਥਿਆਰ ਦਾ ਖਤਰਨਾਕ ਹੋਣਾ ਪਾਇਆ ਜਾਂਦਾ ਹੈ ਔਰ ਇਸ ਦੀ ਸਜ਼ਾ 7 ਤੋਂ 10 ਸਾਲ ਤੱਕ ਕੈਦ ਤੱਕ ਹੁੰਦੀ ਹੈ। ਔਰ ਅਗਰ ਇਹ ਪ੍ਰੂਵ ਹੋ ਜਾਂਦੀ ਹੈ ਤਾਂ ਇੱਕ ਜਵਾਨ ਬੰਦਾ ਜੋ ਜਾਂ ਇੱਕ ਆਪਣੀ ਜਵਾਨੀ ਦੇ ਸਮੇਂ ਵਿੱਚ ਅਰੈਸਟ ਹੋਇਆ ਬੰਦਾ 8-10 ਸਾਲ ਬਾਅਦ ਜੇਲ੍ਹ ਚੋਂ ਨਿਕਲੇਗਾ ਔਰ ਕ੍ਰਿਮੀਨਲ ਦਾ ਟੈਗ ਲੈ ਕੇ ਹੀ ਨਿਕਲੇਗਾ। ਸੋ ਮੈਂ ਨਹੀਂ ਸਮਝਦਾ ਇਸ ਵਿੱਚ ਕੋਈ ਸ਼ੇਖੀ ਵਾਲੀ ਗੱਲ ਹੈ ਕਿ ਮੇਰੇ ਵੱਲੋਂ 326 ਮੇਰੇ ਅਗੇਂਸਟ ਲੱਗਦੀ ਹੈ ਜਾਂ ਇਹੋ ਜਿਹਾ ਕੋਈ ਪਰਚਾ ਕੀਤਾ ਜਾਂਦਾ ਹੈ ਤਾਂ ਇਹ ਕੋਈ ਮਾਣ ਵਾਲੀ ਗੱਲ ਹੈ। ਮੈਂ ਇਸ ਕੋਈ ਮਾਣ ਵਾਲੀ ਗੱਲ ਨਹੀਂ ਸਮਝਦਾ। ਸਰ ਹੋਰ ਕਿਹੜਾ ਕੋਈ ਹੋਰ ਕਿੱਸਾ ਸੁਣਾਓ ਕਿ ਬੜਾ ਹਾਈ ਪ੍ਰੋਫਾਈਲ ਮਾਮਲਾ ਹੋਵੇ ਜਿਹੜਾ ਬੜਾ ਟੇਢਾ ਜਾਂ ਫਸਿਆ ਹੋਵੇ, ਤਾਂ ਕਿ ਦਰਸ਼ਕਾਂ ਨੂੰ ਪੂਰਾ ਨਿਚੋੜ ਪਤਾ ਲੱਗੇ ਕਿ ਫੋਰੈਂਸਿਕ ਕਿੱਦਾਂ ਟੀਮ ਕੰਮ ਕਰਦੀ ਹੈ। ਡਾਕਟਰ ਸਾਹਿਬ ਨਾਲ ਤਾਂ ਸਾਰਿਆਂ ਨੂੰ ਰੂਬਰੂ ਕਰਵਾ ਹੀ ਰਹੇ ਹਾਂ ਅਸੀਂ। ਦੇਖੋ, ਇਸ ਵਕਤ ਪੰਜਾਬ ਦੇ ਵਿੱਚ ਬਹੁਤ ਹੀ ਗਿਣਤੀ ਦੇ ਐਕਸਪਰਟ ਨੇ ਫੋਰੈਂਸਿਕ। ਇਹਨਾਂ ਦਾ ਘੱਟ ਹੋਣਾ, ਰੇਅਰ ਹੋਣਾ ਆਪਣੇ ਆਪ ਵਿੱਚ ਇੱਕ ਸਬੂਤ ਹੈ ਕਿ ਇਹ ਕੋਈ ਆਮ ਕਿਸਮ ਦੇ ਡਾਕਟਰਸ ਨਹੀਂ ਹੁੰਦੇ। ਮੈਂ ਇਸ ਗੱਲ ਤੇ ਆਪਣੇ ਡਿਸੀਜਨ ਫੋਰੈਂਸਿਕ ਕਰਨ ਤੇ ਮਾਣ ਮਹਿਸੂਸ ਕਰਦਾ ਹਾਂ ਕਿ ਮੈਂ ਇਸ ਫੀਲਡ ਨੂੰ ਚੁਣਿਆ ਔਰ ਰੱਬ ਦਾ ਬੜਾ ਸ਼ੁਕਰ ਕਰਦਾ ਹੈ ਕਿ ਇਸ ਫੀਲਡ ਨੇ ਮੈਨੂੰ ਚੁਣਿਆ। ਸੋ ਕਹਿਣ ਤੋਂ ਮੇਰਾ ਅਰਥ ਹੈ ਕਿ ਫੋਰੈਂਸਿਕ ਮੈਡੀਸਿਨ ਐਕਸਪਰਟ ਹੋਣਾ ਇੱਕ ਮਾਣ ਵਾਲੀ ਗੱਲ ਹੈ। ਇਸ ਦੇ ਵਿੱਚ ਅਸੀਂ ਪਰਿਵਾਰ ਦੇ ਦੋਸ਼ੀ ਨੂੰ, ਜਿਸ ਨੂੰ ਗਲਤ ਫਸਾਇਆ ਜਾ ਰਿਹਾ, ਉਸ ਨੂੰ ਬਚਾ ਸਕਦੇ ਹਾਂ। ਅਸੀਂ ਉਸ ਕ੍ਰਿਮੀਨਲ ਨੂੰ ਜੋ ਹਾਲੇ ਤੱਕ ਕ੍ਰਾਈਮ ਕਰਨ ਤੋਂ ਬਾਅਦ ਸਰਕਾਰ ਦੀਆਂ ਨਜ਼ਰਾਂ ਚੋਂ ਬਚਿਆ ਹੋਇਆ, ਪੁਲਿਸ ਦੀਆਂ ਨਜ਼ਰਾਂ ਚੋਂ ਬਚਿਆ ਹੋਇਆ, ਉਸ ਨੂੰ ਸਾਹਮਣੇ ਲਿਆ ਸਕਦੇ ਹਾਂ। ਮੈਂ ਨਿੱਜੀ ਗੱਲ ਕਰਾਂ ਤਾਂ ਮੇਰੇ ਪੋਸਟਮਾਰਟਮ ਦੌਰਾਨ ਮੈਂ ਕੋਈ 20 ਤੋਂ 25 ਕੇਸਿਸ ਇਹੋ ਜਿਹੇ ਸੋਲਵ ਕੀਤੇ ਨੇ ਜਿੱਥੇ ਪੁਲਿਸ ਗੁੰਮਰਾਹ ਸੀ ਔਰ ਉਹਨਾਂ ਦੇ ਕੋਲ ਇਸ ਤਰ੍ਹਾਂ ਦੀ ਸੇਧ ਨਹੀਂ ਸੀ ਕਿ ਇਹ ਕ੍ਰਾਈਮ ਦਾ ਨਤੀਜਾ ਹੈ। ਫੋਰ ਐਗਜ਼ਾਮਪਲ, ਇੱਕ ਬੋਡੀ ਆਪਾਂ ਨੂੰ ਮਿਲਦੀ ਹੈ ਨਹਿਰ ਦੇ ਵਿੱਚੋਂ ਔਰ ਨਹਿਰ ਸੁੱਕਣ ਤੇ ਉਹ ਲਾਸ਼ ਬਾਹਰ ਨਿਕਲਦੀ ਹੈ ਜੋ ਸ਼ਾਇਦ 6 ਮਹੀਨੇ ਜਾਂ ਸਾਲ ਤੋਂ ਉਸੇ ਨਹਿਰ ਦੇ ਤਲ ਵਿੱਚ ਡੁੱਬੀ ਹੋਈ ਸੀ। ਔਰ ਜਦੋਂ ਪੁਲਿਸ ਉਸ ਨੂੰ ਰਿਕਵਰ ਕਰਦੀ ਹੈ, ਇਹ ਪੁਲਿਸ ਦੇ ਅਧਿਕਾਰ ਖੇਤਰ ਤੋਂ ਬਾਹਰ ਦੀ ਗੱਲ ਹੈ ਕਿ ਉਹ ਉਸ ਨੂੰ ਦੇਖ ਕੇ ਦੱਸ ਪਾਣ ਕਿ ਇਸ ਲਾਸ਼ ਨਾਲ ਕੀ ਹੋਇਆ ਸੀ। ਇਹ ਐਕਸਪਰਟਿਜ਼ ਜਾਂ ਇਹ ਜੁਰਿਸਡਿਕਸ਼ਨ ਇੱਕ ਡਾਕਟਰ ਦੀ ਹੁੰਦੀ ਹੈ। ਹੁਣ ਜਦੋਂ ਪੋਸਟਮਾਰਟਮ ਦੇ ਦੌਰਾਨ ਮੈਂ ਦੇਖਿਆ ਕਿ ਉਸ ਲਾਸ਼ ਦੇ ਵਿੱਚ ਸਿਰ ਫੁੱਟਣ ਦੀਆਂ ਨਿਸ਼ਾਨੀਆਂ ਨੇ, ਉਸ ਲਾਸ਼ ਦੇ ਉੱਪਰ ਚਾਕੂ ਲੱਗਣ ਦੇ ਨਿਸ਼ਾਨ ਹੈ, ਉਸ ਲਾਸ਼ ਦੇ ਵਿੱਚ ਮਰਨ ਤੋਂ ਪਹਿਲਾਂ ਦੇ ਮੌਤ ਹੋਣ ਦੇ ਕਲੀਅਰ ਲੱਛਣ ਮਿਲ ਰਹੇ ਨੇ। ਤੋ ਉਸ ਲਾਸ਼ ਨੂੰ ਇੱਕ ਮਰਡਰ ਦਾ ਨਤੀਜਾ ਹੋਣਾ ਕਹਿਣਾ ਗਲਤ ਨਹੀਂ ਸੀ। ਸੋ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਰੱਬ ਦਾ ਕਿ ਉਹਨਾਂ ਨੇ ਮੈਨੂੰ ਇਸ ਕਾਬਿਲ ਬਣਾਇਆ ਕਿ 20 ਤੋਂ 25 ਲਾਸ਼ਾਂ ਨੂੰ, ਜਿਨ੍ਹਾਂ ਦੀ ਸੁਣਵਾਈ ਕਰਨ ਵਾਲਾ ਕੋਈ ਨਹੀਂ, ਜਿਨ੍ਹਾਂ ਨੂੰ ਸੁਣਨ ਵਾਲਾ ਕੋਈ ਨਹੀਂ, ਕਈ ਵਾਰ ਤਾਂ ਇਹਨਾਂ ਲਾਸ਼ਾਂ ਦੀ ਸ਼ਨਾਖਤ ਤੱਕ ਨਹੀਂ ਹੋ ਪਾਉਂਦੀ, ਇਹੋ ਜਿਹੇ ਕੇਸਾਂ ਦੇ ਵਿੱਚ ਉਹਨਾਂ ਨੂੰ ਇਨਸਾਫ ਤੱਕ ਲੈ ਕੇ ਜਾਣਾ, ਇਹ ਮੇਰੀ ਨੈਤਿਕ ਡਿਊਟੀ ਸੀ ਜਿਸ ਨੂੰ ਮੈਂ ਨਿਭਾ ਸਕਿਆ। ਤੇ ਡਾਕਟਰ ਸਾਹਿਬ, ਇਸੇ ਤਰ੍ਹਾਂ ਹੁੰਦਾ ਜਿਵੇਂ CID ਪ੍ਰੋਗਰਾਮ ਦੀ ਮੈਂ ਗੱਲ ਕੀਤੀ ਸੀ, ਇਸੇ ਤਰ੍ਹਾਂ ਹੁੰਦਾ ਜਿਵੇਂ ਦਇਆ ਕਹਿੰਦਾ ਤੁਹਾਨੂੰ ਵੀ ਬੜੇ ਫੋਨ ਆਉਂਦੇ ਹੋਣੇ ਕਿ ਫੋਰੈਂਸਿਕ ਐਕਸਪਰਟ ਨੂੰ ਬੁਲਾਓ, ਤੁਸੀਂ ਗਏ ਹੋਵੋ ਤਾਂ ਬੜਾ ਹਾਈ ਪ੍ਰੋਫਾਈਲ ਮਾਮਲਾ ਹੋਏ ਤਾਂ ਉਹਦੇ ਵਿੱਚ ਤੁਹਾਡੀ ਜ਼ਰੂਰਤ ਪੈਂਦੀ ਹੋਣੀ ਹੈ। ਸਰ, ਜਦੋਂ ਤੁਸੀਂ ਹੁਣੇ ਵੀ ਜ਼ਿਕਰ ਕੀਤਾ ਇਸ ਕੇਸ ਦਾ ਕਿ 20 ਤੋਂ 25 ਕੇਸ ਹੈਗੇ ਨੇ। ਸਰ, ਤੁਹਾਡੀ ਗੱਲ ਠੀਕ ਹੈ। ਇਸ ਤਰ੍ਹਾਂ ਬਹੁਤ ਵਾਰ ਹੁੰਦਾ ਹੈ ਕਿ ਕ੍ਰਾਈਮ ਸੀਨ ਕੁਝ ਹੋਰ ਹੁੰਦਾ ਹੈ ਔਰ ਬੋਡੀ ਰਿਕਵਰ ਕਿਤੋਂ ਹੋਰ ਹੁੰਦੀ ਹੈ। ਤੋ ਸਾਡੀ ਸਟੱਡੀ ਦਾ ਹਿੱਸਾ ਹੈ ਕਿ ਬੋਡੀ ਦੇ ਨਾਲ ਛੇੜਛਾੜ ਹੋਈ ਹੈ, ਬੋਡੀ ਦੀ ਜੋ ਡੈਡ ਬੋਡੀ ਹੈ ਉਸ ਨੂੰ ਮਰੇ ਹੋਏ ਕਿੰਨਾ ਟਾਈਮ ਹੋ ਗਿਆ, ਉਸ ਦੇ ਮਰਨ ਦੇ ਹਾਲਾਤ, ਸਰਕਮਸਟੈਂਸਿਸ ਕੀ ਰਹੇ ਨੇ, ਕੀ ਇਹ ਇੱਕ ਸੁਸਾਈਡ ਦਾ ਨਤੀਜਾ ਹੈ, ਕੀ ਇਹ ਇੱਕ ਮਰਡਰ ਦਾ ਨਤੀਜਾ ਹੈ, ਕੀ ਇਹ ਇੱਕ ਐਕਸੀਡੈਂਟਲ ਡੈਥ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਰੂਲ ਆਊਟ ਕਰਨਾ, ਇਹਨਾਂ ਸਾਰੀਆਂ ਚੀਜ਼ਾਂ ਨੂੰ ਸਟੱਡੀ ਕਰਨ ਵਾਸਤੇ ਹੀ ਫੋਰੈਂਸਿਕ ਮੈਡੀਸਨ ਦੀ ਸਟੱਡੀ ਕੀਤੀ ਜਾਂਦੀ ਹੈ। ਸੋ
ਤੁਹਾਡੀ ਗੱਲ ਠੀਕ ਹੈ ਕਿ ਬਹੁਤ ਸਾਰੇ ਇਹੋ ਜਿਹੇ ਕਿਸੇ ਹੋਣਗੇ, ਇਹੋ ਜਿਹੇ ਕਿਸੇ ਹੁੰਦੇ ਆ ਜਿੱਥੇ ਇੱਕ MBBS ਡਾਕਟਰ ਜਾਂ ਇੱਕ ਕਿਸੇ ਅਲੱਗ ਫੀਲਡ ਦਾ ਡਾਕਟਰ, ਮੇਰੀ ਮੰਨਣਾ ਹੈ ਕਿ ਕੁਝ ਐਕਸਪਰਟ ਜਿਵੇਂ ਹਰ ਚੀਜ਼ ਦੇ ਐਕਸਪਰਟ ਹੁੰਦੇ ਨੇ। ਸਾਡੇ ਕੋਲ ਚਮੜੀ ਦੇ ਰੋਗਾਂ ਦੇ ਮਾਹਰ ਅੱਡ ਹੈ, ਅੱਖ ਦੇ ਰੋਗਾਂ ਦੇ ਮਾਹਰ ਅੱਡ ਹੈ, ਕੰਨ ਦੇ ਗਲੇ ਦੇ ਰੋਗਾਂ ਦੇ ਮਾਹਰ ਹੋਰ ਹੈ, ਸਰਜਰੀ ਵਾਲੇ ਡਾਕਟਰ ਸਰਜਰੀ ਕਰ ਸਕਦੇ ਆ, ਗਾਇਨੀ ਦੇ, ਬੱਚਿਆਂ ਦੇ, ਹਰ ਤਰ੍ਹਾਂ ਦੀ ਐਕਸਪਰਟੀਜ਼ ਸਾਡੀ ਪੰਜਾਬ ਸਰਕਾਰ ਕੋਲ ਉਪਲਬਧ ਹੈ। ਉਸੇ ਤਰ੍ਹਾਂ ਇੱਕ ਫੋਰੈਂਸਿਕ ਮੈਡੀਸਿਨ ਐਂਡ ਟੌਕਸੀਕੋਲੋਜੀ ਇਹੋ ਜਿਹੀ ਐਕਸਪਰਟੀਜ਼ ਹੈ ਜਿਸ ਦੇ ਬਾਰੇ ਬਹੁਤ ਸਾਰੇ ਡਾਕਟਰ ਅਵੇਅਰ ਨਹੀਂ ਹੁੰਦੇ। ਤੇ ਡਾਕਟਰ ਸਾਹਿਬ, ਫੋਰੈਂਸਿਕ ਐਕਸਪਰਟ ਦੀ ਤਾਦਾਦ ਦੇਖੀ ਜਾਓ, ਘੱਟ ਕਿਉਂ ਹੈ ਗਿਣਤੀ? ਇਹਦਾ ਕੀ ਰੀਜ਼ਨ ਹੈ? ਜਿਵੇਂ ਤੁਸੀਂ ਕਿਹਾ ਕਿ ਸ਼ੁਕਰ ਮਨਾਇਆ ਕਿ ਹਾਂ ਮੈਨੂੰ ਇਸ ਫੀਲਡ ਨੇ ਚੁਣਿਆ, ਮੈਂ ਇਸ ਫੀਲਡ ਨੂੰ ਚੁਣਿਆ, ਤੇ ਉਹਦਾ ਕਾਰਨ ਕੀ ਹੈ ਕਿ ਇਹਨਾਂ ਦੀ ਇੰਨੀ ਘਾਟ ਕਿਉਂ ਹੈ ਕਿ ਆਪਣਾ ਯੂਥ ਇਧਰਲੇ ਪਾਸੇ ਜਾ ਨਹੀਂ ਰਿਹਾ, ਪਸੰਦ ਨਹੀਂ ਕਰਦਾ ਇਧਰਲੇ ਪਾਸੇ ਕਿ MBBS ਡਾਕਟਰ ਆਰਾਮ ਨਾਲ ਬੈਠੋ, ਇਦਾਂ ਕਿ ਇਹਨੂੰ ਕਿਉਂ ਚੁਣਿਆ? ਸਰ, ਫੋਰੈਂਸਿਕ ਮੈਡੀਸਿਨ ਦਾ ਜੋ ਕੰਮ ਹੈ ਐਕਚੁਅਲੀ ਇਸ ਵਿੱਚ ਤੁਹਾਨੂੰ ਕ੍ਰਾਈਮ ਨਾਲ ਡੀਲ ਕਰਨਾ ਪੈਂਦਾ ਹੈ, ਕ੍ਰਿਮੀਨਲਸ ਨਾਲ ਡੀਲ ਕਰਨਾ ਪੈਂਦਾ ਹੈ, ਤੁਹਾਨੂੰ ਇਸ ਵਿੱਚ ਪੁਲਿਸ ਨਾਲ ਡੀਲ ਕਰਨਾ ਪੈਂਦਾ ਔਰ ਕੋਰਟ ਨੂੰ ਆਨਸਰ ਕਰਨਾ ਪੈਂਦਾ। ਇਹ ਸਾਰੇ ਕੰਮ ਨੂੰ, ਔਰ ਬਹੁਤ ਵਾਰੀ ਜਿਹੜੀਆਂ ਸਾਡੀਆਂ ਵਰਕਿੰਗ ਕੰਡੀਸ਼ਨਸ ਨੇ ਉਹ ਸੁਖਦਾਈ ਨਹੀਂ ਹੁੰਦੀਆਂ। ਭਾਵਰਤ ਪੋਸਟਮਾਰਟਮ ਦਾ ਸਮਾਂ ਔਰ ਪੋਸਟਮਾਰਟਮ ਦਾ ਜੋ ਨਜ਼ਾਰਾ ਦੇਖਣ ਦਾ ਉਹ ਨਜ਼ਰੀਆ ਹੈ ਉਹ ਹਰ ਇਨਸਾਨ ਦੇ ਬਸ ਦੀ ਗੱਲ ਨਹੀਂ ਹੈ। ਸੋ ਐਕਸਪਰਟੀਜ਼ ਸੁਣਨ ਲੱਗੇ ਮੈਂ ਡਾਕਟਰ ਛੋਟਿਆਂ ਨੂੰ, ਵੀਰਾਂ ਨੂੰ ਸਲਾਹ ਦੇਣਾ ਚਾਹੁੰਦਾ ਹੈ ਕਿ ਆਪਣੇ ਟੈਂਪਰਾਮੈਂਟ ਦੇ ਹਿਸਾਬ ਨਾਲ, ਆਪਣੇ ਮਨੋਸਥਿਤੀ ਦੇ ਹਿਸਾਬ ਨਾਲ ਹੀ ਬ੍ਰਾਂਚ ਚੂਜ਼ ਕਰਨੀ ਚਾਹੀਦੀ ਹੈ। ਮੈਂ ਅਗਰ ਸਰਜਰੀ ਕਰਨ ਤੋਂ ਡਰਦਾ ਔਰ ਸਰਜਰੀ ਚੂਜ਼ ਕਰ ਲੈਣਾ ਤਾਂ ਮੈਂ ਗਲਤੀਆਂ ਕਰਾਂਗਾ। ਇਸੇ ਤਰ੍ਹਾਂ ਅਗਰ ਮੈਂ ਫੋਰੈਂਸਿਕ ਚੂਜ਼ ਕਰਦਾ ਔਰ ਮੈਂ ਡੈਡ ਬੋਡੀਜ਼ ਨੂੰ ਲੈ ਕੇ ਡਰਾਂਗਾ ਜਾਂ ਉਹਨਾਂ ਹਾਲਾਤਾਂ ਤੋਂ ਡਰਾਂਗਾ ਤਾਂ ਮੈਨੂੰ ਫੋਰੈਂਸਿਕ ਮੈਡੀਸਿਨ ਲਈ ਨਹੀਂ ਚੂਜ਼ ਕਰਨੀ ਚਾਹੀਦੀ। ਇਹ ਬ੍ਰਾਂਚ ਮੇਰੇ ਲਈ ਨਹੀਂ ਬਣੀ ਹੋਈ। ਸੋ ਸਾਡੇ ਡਾਕਟਰਸ ਜੋ ਹੁੰਦੇ ਨੇ ਉਹ ਜ਼ਿਆਦਾਤਰ ਪੜ੍ਹਨ ਵਾਲੇ ਬੱਚੇ ਨੇ, ਸਿਆਣੇ ਬੱਚੇ ਹੁੰਦੇ ਨੇ ਔਰ ਉਹਨਾਂ ਨੂੰ ਉਸ ਸੁੱਖ ਸੁਵਿਧਾ ਦਾ ਆਨੰਦ ਲੈਣ ਦੀ ਆਦਤ ਪੈ ਜਾਂਦੀ ਹੈ। ਔਰ ਮੈਂ ਇਹ ਵੀ ਕਹਿ ਸਕਦਾ ਕਿ ਇਸ ਮੈਡੀਕੋ ਲੀਗਲ ਵਰਕ ਨੂੰ ਕਰਨਾ ਔਰ ਇਸ ਨਾਲ ਡੀਲ ਕਰਨਾ ਇੱਕ ਨਿੱਜੀ ਸਥਿਰਤਾ ਇਸ ਲਈ ਹੋਣੀ ਜ਼ਿਆਦਾ ਜ਼ਰੂਰੀ ਹੈ, ਘੱਟ ਪਾਈ ਜਾਂਦੀ ਹੈ। ਔਰ ਪਿਛਲੇ ਕੁਝ ਸਮਾਂ ਦੌਰਾਨ ਸਰਕਾਰੀ ਰਿਕਰੂਟਮੈਂਟ ਵੀ ਨਹੀਂ ਹੋ ਰਹੀ ਸੀ। ਇਸ ਲਈ ਮੈਂ ਦੱਸਣਾ ਚਾਹੁੰਦਾ 2018 ਤੋਂ ਬਾਅਦ ਹਰ ਜ਼ਿਲ੍ਹੇ ਵਿੱਚ ਇੱਕ ਫੋਰੈਂਸਿਕ ਐਕਸਪਰਟ ਦੀ ਪੋਸਟ ਹੈ ਔਰ ਇਸ ਦੀ ਸਰਕਾਰੀ ਐਬਜ਼ੌਰਪਸ਼ਨ ਬਹੁਤ ਅੱਛੀ ਤਰ੍ਹਾਂ ਹੋ ਰਹੀ ਹੈ। ਸੋ ਅੱਜ ਦੀ ਤਾਰੀਖ ਵਿੱਚ ਮੈਂ ਗੱਲ ਕਰਾਂ ਤਾਂ ਲਗਭਗ 12 ਤੋਂ 15 ਪੋਸਟ ਗ੍ਰੈਜੂਏਟ ਸਟੂਡੈਂਟ ਸਾਡੇ ਕੋਲ ਤਿਆਰ ਹੋ ਰਹੇ ਨੇ ਜੋ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਪੋਸਟਾਂ ਨੂੰ ਪੂਰੀ ਤਰ੍ਹਾਂ ਭਰ ਸਕਦੇ ਨੇ। ਤੁਹਾਡੀ ਤਾਂ ਬਹੁਤ ਜ਼ਰੂਰਤ ਹੈਗੀ ਹੈ ਕਿਉਂਕਿ ਨਾ ਪੁਲਿਸ ਵੀ ਤੁਹਾਡੇ ਤੋਂ ਬਿਨਾਂ ਅਧੂਰੀ ਹੈ, ਸਾਰਾ ਸਿਸਟਮ ਤੁਹਾਡੇ ਤੋਂ ਬਿਨਾਂ ਅਧੂਰਾ ਹੈ ਕਿਉਂਕਿ ਸਾਰੇ ਕੇਸ ਹੀ ਟ੍ਰੇਸ ਹੀ ਨਹੀਂ ਹੋ ਪਾਣਗੇ ਜੇ ਤੁਸੀਂ ਨਹੀਂ ਹੋਵੋਗੇ। ਤਾਂ ਤੁਹਾਨੂੰ ਲੱਗਦਾ ਕਿ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੇ ਵਿੱਚ ਕਿੰਨੇ ਕੁ ਆਪਾਂ ਨੂੰ ਫੋਰੈਂਸਿਕ ਐਕਸਪਰਟਸ ਦੀ ਜ਼ਰੂਰਤ ਹੈ ਔਰ ਆਪਾਂ ਕਿੱਥੇ ਖੜੇ ਹਾਂ? ਸਰ, ਫੋਰੈਂਸਿਕ ਐਕਸਪਰਟ ਦੇ ਰੋਲ ਨੂੰ ਪਿਛਲੇ ਕੁਝ ਸਾਲਾਂ ਦੌਰਾਨ ਐਕਨੋਲੇਜ ਕੀਤਾ ਗਿਆ, ਅੱਜ ਵੀ ਕੀਤਾ ਜਾ ਰਿਹਾ। ਇਹਨਾਂ ਦੀ ਸਰਕਾਰੀ ਨੌਕਰੀ ਤੋਂ ਲੈ ਕੇ ਪ੍ਰਾਈਵੇਟ ਸੈਕੰਡ ਓਪੀਨੀਅਨ ਤੱਕ ਦੀ ਵੈਲਿਊ ਪੈ ਰਹੀ ਹੈ। ਤੁਸੀਂ ਦੇਖਿਆ ਹੋਵੇਗਾ ਹਾਲ ਹੀ ਸਰਕਾਰੀ ਵਿੱਚ ਤਾਂ ਫੋਰੈਂਸਿਕ ਮੈਡੀਸਿਨ ਐਕਸਪਰਟ ਅੱਛਾ ਕੰਮ ਕਰ ਹੀ ਰਹੇ ਨੇ, ਨਾਲ ਹੀ ਪ੍ਰਾਈਵੇਟ ਏਜੰਸੀਆਂ ਔਰ ਫਰਮਸ ਜੋ ਕ੍ਰਾਈਮ ਸੋਲਵ ਕਰਨ ਲਈ ਆਪਣੀ ਸੈਕੰਡ ਓਪੀਨੀਅਨ ਦੇ ਰਹੀਆਂ ਨੇ ਉਹ ਐਸਟੈਬਲਿਸ਼ ਹੋ ਰਹੀਆਂ ਨੇ। ਸੋ ਕ੍ਰਿਮੀਨੋਲੋਜੀ ਨੂੰ ਸੋਲਵ ਕਰਨਾ ਇੱਕ ਆਰਟ ਹੈ ਜੋ ਫੋਰੈਂਸਿਕ ਮੈਡੀਸਿਨ ਦੇ ਡਾਕਟਰ ਮਾਹਰ ਕਰ ਚੁੱਕੇ ਹੁੰਦੇ ਆ ਔਰ ਮੈਂ ਆਸ ਕਰਦਾ ਹਾਂ ਕਿ ਜੂਨੀਅਰ ਡਾਕਟਰਸ ਇਸ ਬ੍ਰਾਂਚ ਨੂੰ ਚੂਜ਼ ਕਰਨਗੇ ਔਰ ਆਉਣ ਵਾਲੇ ਭਵਿੱਖ ਵਿੱਚ ਸਾਡੇ ਕੋਲ ਹੋਰ ਵੱਧ ਫੋਰੈਂਸਿਕ ਐਕਸਪਰਟਸ ਹੋਣਗੇ। ਧੰਨਵਾਦ ਡਾਕਟਰ ਸਾਹਿਬ। ਤੇ ਇਹ ਸੀਗੇ ਸਾਡੇ ਨਾਲ ਡਾਕਟਰ ਚਰਨ ਕਮਲ ਜੋ ਫੋਰੈਂਸਿਕ ਐਕਸਪਰਟ। ਅਸੀਂ ਤੁਹਾਡੇ ਨਾਲ ਰੂਬਰੂ ਕਰਵਾਇਆ, ਕਾਰਨ ਇਹ ਸੀਗਾ ਕਿ ਲੋਕਾਂ ਨੂੰ ਪਤਾ ਲੱਗੇ ਕਿ ਆਖਰ ਇਹ ਡਾਕਟਰ ਕਿਵੇਂ ਕੰਮ ਕਰਦੇ ਨੇ, ਕਿਉਂਕਿ ਅਸੀਂ ਬਾਕੀ ਦਾ ਸਾਰਾ ਸਿਸਟਮ ਵੇਖਦੇ ਹਾਂ ਲੇਕਿਨ ਇਹ ਬੈਕ ਤੇ ਇਹ ਕੰਮ ਕਰਦੇ ਨੇ। ਤੇ ਬਿਲਕੁਲ ਕਿਵੇਂ ਤੁਹਾਨੂੰ ਪ੍ਰੋਗਰਾਮ ਲੱਗਿਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ।